ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਸੀਐਮ ਚੰਨੀ ਨੇ ਅਕਾਲੀਆਂ ਨੂੰ ਸੁਣਾਈਆਂ ਖਰੀਆਂ ਖੋਟੀਆਂ। ਕਿਸਾਨਾਂ ਦੇ ਮੁੱਦੇ ਤੇ ਘਿਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਦਨ ਤੋਂ ਕੀਤਾ ਵਾਕਆਊਟ। ਅਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਈਡੀ ਨੇ ਕੀਤਾ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ, ਜਿਸ ਦੌਰਾਨ ਰੱਜ ਕੇ ਹੰਗਾਮਾ ਹੋਇਆ। ਇਸ ਦੌਰਾਨ ਜਿੱਥੇ ਕਈ ਸਾਰੇ ਮਤੇ ਪਾਸ ਹੋਏ ਤਾਂ ਉੱਥੇ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀਆਂ ਨੂੰ ਵੀ ਘੇਰਿਆ ਤੇ ਉਹਨਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਸਪੀਕਰ ਸਾਹਿਬ, ਇਹ ਮੈਨੂੰ ਕਹਿੰਦੇ ਜੀ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਮਿਲਣ ਗਏ। ਜਦੋਂ ਕੋਈ ਮੁੱਖ ਮੰਤਰੀ ਬਣਦਾ, ਕਨਸਟੀਟਿਊਸ਼ਨਲ ਬੰਦਿਸ਼ ਹੈ, ਐਸੀ ਇੱਕ ਦੇਸ਼ 'ਚ ਕੰਮ ਕਰ ਰਹੇ ਹਾਂ, ਮੈਨੂੰ ਇੱਕ ਕਰਟਸੀ ਕਾਲ ਉਹਨਾਂ ਪਰ ਜਾਣਾ ਪੈਂਦਾ। ਪਰ ਮੈਂ ਵੀ ਗਿਆ, ਮੈਂ ਹੋਮ ਮਿਨਿਸਟਰ ਕੋਲ ਵੀ ਗਿਆ। ਮੈਂ ਉਹਨਾਂ ਨੂੰ 2 ਚਿੱਠੀਆਂ ਦਿੱਤੀਆਂ ਜਿਹਦੇ ਵਿੱਚ ਕਿਹਾ ਕਿ ਜੀ ਕੋਰੀਡੋਰ ਸਾਡਾ ਖੋਲੋ। ਦੂਸਰੀ ਦਿੱਤੀ ਖੇਤੀ ਦੇ ਕਾਨੂੰਨ ਬੰਦ ਕਰੋ। ਕਿਆ ਗਲਤ ਕਰਿਆ? ਇਹ ਐਵੇਂ ਕਿ ਸਰਕਾਰੀਆਂ ਲਾਈ ਜਾਂਦੇ, ਤੁਸੀਂ ਤਾਂ ਇਹ ਕਹਿ ਕੇ ਆਏ, ਤੁਸੀਂ ਤਾਂ ਇਹ ਕਹਿ ਕੇ ਆਏ। ਆਪਣੇ ਕੋਲ ਤੇ ਰਾਜਨੀਤਿਕ ਸੋਚ ਕਿਉਂ ਬਣਾਉਂਦੇ ਹੋ? ਮੈਂ ਕਿਹਾ ਬਾਹਰ ਆ ਕੇ ਕਿ ਜੀ ਪੰਜਾਬ ਦੀ ਜਿਹੜੀ ਸਰਹੱਦ ਆ ਉਹਨਾਂ ਨੂੰ ਸੀਲ ਹੋਣਾ ਚਾਹੀਦਾ। ਹਰ ਮੁੱਖ ਮੰਤਰੀ ਕਹਿੰਦਾ ਸੁਣੋ। ਕਿਉਂ ਕਿਹਾ ਮੈਂ? ਕਿਉਂਕਿ ਮੇਰੇ ਪੰਜਾਬ ਨੂੰ ਆ ਜਿਹੜੇ ਮੇਰੇ ਵੀਰ ਸਾਹਮਣੇ ਬੈਠੇ, ਨਾਮ ਨਹੀਂ ਲੈਂਦਾ ਹੁਣ, ਇਹਨਾਂ ਨੇ ਉਹ ਨਸ਼ਿਆਂ ਵਿੱਚ ਡੋਬਿਆ। ਇਹਨਾਂ ਨੇ ਉਹ ਪੰਜਾਬ ਦੀ ਬੁਰੀ ਹਾਲਤ ਕੀਤੀ। ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਇਸ ਕਰਕੇ ਮੈਂ ਕਿਹਾ ਕਿ ਸਰਹੱਦਾਂ ਸੀਲ ਕਰੋ। ਕਿਉਂ ਨਹੀਂ ਕਰ ਰਹੀਆਂ? ਕਿਉਂ ਨਹੀਂ ਕਰ ਰਹੀਆਂ ਸਰਹੱਦਾਂ ਸੀਲ? ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਨਸ਼ਾ ਆਈ ਜਾਵੇ ਤੇ ਮਜੀਠੀਏ ਦੇ ਨਾਮ ਤੇ ਵਿਕੀ ਜਾਵੇ? ਇਹ ਹੁਣ ਨਹੀਂ ਹੋਣਾ। ਇਹ ਨਹੀਂ ਹੋਏਗਾ ਪੰਜਾਬ ਦੇ ਵਿੱਚ। ਕਿਉਂ ਨਾ ਕਰ ਰਹੇ ਸਰਹੱਦਾਂ ਸੀਲ? ਉਹਨਾਂ ਨੂੰ 5 ਕਿਲੋਮੀਟਰ ਦਿੱਤੇ ਹੋਏ ਹੈ। 5 ਕਿਲੋਮੀਟਰ ਵਿੱਚ ਰਹਿ ਕੇ ਸਰਹੱਦਾਂ ਸੀਲ ਕਰਨ ਉਹਨਾਂ ਦੀ ਡਿਊਟੀ ਹੈ। ਇਹ ਦੇ ਆਰ ਡਿਊਟੀ ਬਾਉਂਡ। ਔਰ ਮੇਰਾ ਕਹਿਣਾ ਫਰਜ਼ ਬਣਦਾ ਹੈ ਐਜ਼ ਮੁੱਖ ਮੰਤਰੀ ਕਿ ਜੀ ਤੁਸੀਂ ਸਰਹੱਦਾਂ ਸੀਲ ਕਰੋ। ਜੇ ਟਵੀਟ ਕਰਿਆ ਕੋਈ ਗਲਤ ਨਹੀਂ ਕਰਿਆ। ਮੈਂ ਇਹ ਵੀ ਕਹਿਣਾ ਚਾਹੁੰਦਾ, ਸੁਣੋ ਹੁਣ ਸੁਣੋ। ਉਧਰ ਕਿਸਾਨੀ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਟੈਸਟ ਕੀਤਾ, ਜੰਮ ਕੇ ਹੰਗਾਮਾ ਕੀਤਾ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ, ਦੂਸਰਾ ਦਿਨ ਸ਼ੁਰੂ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਤੇ ਕਾਂਗਰਸ ਤੇ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ ਗਏ। ਸਾਰੇ ਸਵਾਲ ਜਵਾਬ ਦਾ ਸਮਾਂ ਧਿਆਨ ਦਿਵਾਉ ਮਤੇ ਜਿੰਨੇ ਬਿੱਲ ਸੀਗੇ ਜਿਹੜੇ ਕਿ ਸਾਡੇ ਮੈਂਬਰ ਸਾਹਿਬਾਨ ਦੁਆਰਾ ਲੈ ਕੇ ਇੱਥੇ 0 ਆਵਰ ਸਾਰਾ ਸਸਪੈਂਡ ਕਰ ਦਿੱਤਾ ਗਿਆ। ਸੰਵਿਧਾਨ ਦੀ ਸਹੁੰ ਖਾਣ ਵਾਲੀ ਸਰਕਾਰ ਨੇ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੀ ਸਹੁੰ ਖਾਣ ਵਾਲੀ ਸਰਕਾਰ ਨੇ ਅੱਜ ਸੰਵਿਧਾਨ ਨੂੰ ਛਿੱਕੇ ਤੇ ਟੰਗਦਾ, ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ। ਅੱਜ ਲੋਕਤੰਤਰ ਦਾ ਕਤਲ, ਡੈਮੋਕ੍ਰੇਸੀ ਦਾ ਮਰਡਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾਗਾ। ਅੱਜ ਪੰਜਾਬ ਦੇ ਹਜ਼ਾਰਾਂ ਹੀ ਨੌਜਵਾਨ ਟੈਂਕੀਆਂ ਤੇ, ਟਾਵਰਾਂ ਤੇ, ਭੁੱਖ ਹੜਤਾਲਾਂ ਤੇ, ਮਰਨ ਮਰਤ ਤੇ ਬੈਠੇ ਨੇਗੇ। ਔਰ ਦੂਜੇ ਪਾਸੇ ਸਰਕਾਰ ਜਿਹੜੀ ਆ ਲੋਕਾਂ ਦੇ ਮਸਲੇ ਸੁਣਨ ਤੋਂ ਭੱਜ ਰਹੀ ਆ। ਅੱਜ ਡੀਏਪੀ ਦੀ ਕਿੱਲਤ, ਅੱਜ ਡੀਏਪੀ ਖਾਦ ਦੀ ਕਿੱਲਤ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਆ, ਪੰਜਾਬ ਦੀ ਹਰੇਕ ਸੁਸਾਇਟੀ ਦੇ ਵਿੱਚ ਆ। ਔਰ ਸਰਕਾਰ ਜਿਹੜੀ ਆ ਭੱਜ ਰਹੀ ਆ। ਅੱਜ ਪੰਜਾਬ ਸਰਕਾਰ ਸਾਰੀਆਂ ਮੰਡੀਆਂ ਬੰਦ ਕਰ ਰਹੀ ਆ। ਔਰ ਪੰਜਾਬ ਦੇ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਜਿਹੜੀ ਅੱਜ ਖੇਤਾਂ 'ਚ ਖੜੀ ਆ। ਚੋਰੀ ਨਹੀਂ ਦੇ ਰਹੇ। ਸੋ ਡਰਾਮਾ ਹੀ ਹੋਇਆ ਨਾ, ਜੁਮਲਾ ਹੀ ਹੋਇਆ, ਧੋਖਾ ਹੀ ਹੋਇਆ, ਹੋਰ ਕੁਝ ਨਹੀਂ ਹੈ। ਮਨਸ਼ਾ ਕਾਂਗਰਸ ਦੀ ਹੱਲ ਕਰਨ ਦੀ ਨਹੀਂ ਕੋਈ ਮੁੱਦਾ, ਕੱਲਾ ਸਿਆਸਤ। ਉਧਰ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 18 ਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸੀ ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਬੀਜੇਪੀ ਵੱਲੋਂ ਵੀ ਇਸ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਬੀਜੇਪੀ ਵੱਲੋਂ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਪੀਐਮ ਮੋਦੀ ਦੇ ਨਾਮ ਤੇ ਹੀ ਲੜੀਆਂ ਜਾਣਗੀਆਂ।
ਦਸੰਬਰ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਤੇ ਭਾਜਪਾ ਵੱਲੋਂ ਲੜੀਆਂ ਜਾਣਗੀਆਂ। ਇਸ ਉੱਤੇ ਭਾਜਪਾ ਦਾ ਨਾਰਾ ਹੋਵੇਗਾ ਚੰਡੀਗੜ੍ਹ ਦਾ ਸਾਥ ਅਤੇ ਚੰਡੀਗੜ੍ਹ ਦਾ ਵਿਕਾਸ, ਚਲੋ ਚਲੇ ਮੋਦੀ ਦੇ ਨਾਲ। ਇਹ ਕਹਿਣਾ ਸੀ ਭਾਜਪਾ ਦੇ ਕੌਮੀ ਮੰਤਰੀ ਅਤੇ ਨਗਰ ਨਿਗਮ ਚੋਣਾਂ ਦੇ ਪ੍ਰਭਾਰੀ ਵਿਨੋਦ ਤਾਵੜੇ ਦਾ। ਭਾਜਪਾ ਦੇ ਪਾਰਟੀ ਦਫ਼ਤਰ ਦੇ ਵਿੱਚ ਹੋ ਰਹੀ ਪ੍ਰੈਸ ਕਾਨਫਰੰਸ ਦੌਰਾਨ ਵਿਨੋਦ ਤਾਵੜੇ ਨੇ ਕਿਹਾ ਕਿ ਇਸ ਵਾਰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਜਪਾ ਬਿਲਕੁਲ ਤਿਆਰ ਹੈ ਤੇ ਇਸ ਨੂੰ ਲੈ ਕੇ ਉਹ ਜ਼ਮੀਨੀ ਪੱਧਰ ਤੇ ਤਿਆਰੀਆਂ ਵੀ ਕਰ ਰਹੀ ਹੈ। ਇਸ ਵਾਰ ਜੋ ਉਮੀਦਵਾਰਾਂ ਦੀ ਚੋਣ ਹੋਵੇਗੀ ਉਸ ਨੂੰ ਲੈ ਕੇ ਇੱਕ ਚੋਣ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਕਮੇਟੀ ਇਹ ਤੈਅ ਕਰੇਗੀ ਕਿ ਕਿਸ ਉਮੀਦਵਾਰ ਨੂੰ ਟਿਕਟ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਦੀ ਚੋਣ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਚੋਣ ਹੈ ਅਤੇ ਭਾਜਪਾ ਇਸ ਨੂੰ ਲੈ ਕੇ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ 100% ਭਾਜਪਾ ਇਸ ਵਾਰ ਚੋਣ ਮੈਦਾਨ ਦੇ ਵਿੱਚ ਜਿੱਤ ਦਰਜ ਕਰੇਗੀ। चंडीगढ़ के चुनाव भारतीय जनता पार्टी के लिए एक महत्वपूर्ण चुनाव है और इस चुनाव की प्रक्रिया संगठन के तौर पे तो शुरू हो गई है। अधिकृत रूप में आने वाले कुछ दिनों में चुनाव आयोग शायद डिक्लेयर भी कर देगा। तो आज इस चुनाव प्रभारी के नाते या सह प्रभारी हमारी दीदी है, उनके साथ पिछले कुछ दिनों से हम चंडीगढ़ के संगठन, चंडीगढ़ की जनता, इससे कुछ बातचीत करते हुए चुनाव का काम शुरू किया है। इसमें सबसे पहले भी हमने 85 लोगों की चुनाव संचालन समिति निश्चित की है। हर एक को उसमें दायित्व, राइट फ्रॉम बस्ता बनाना, रैली करना, सोशल मीडिया, प्रिंट मीडिया, डिजिटल मीडिया, इलेक्ट्रॉनिक मीडिया, ऐसे सभी अलग अलग 85 लोगों की चुनाव संचालन समिति रहेगी और इसका नेतृत्व चंडीगढ़ के अध्यक्ष अरुण सूद जी, यहाँ की सांसद अपने स्वास्थ्य के कारण ऑनलाइन लगातार हमारे साथ रहती है, किरण जी, पूर्व अध्यक्ष संजय टंडन जी, सतपाल जैन जी, इन चारों के नेतृत्व में ये चुनाव चंडीगढ़ में हम सब भारतीय जनता पार्टी के नाते लड़ेंगे। ਉੱਥੇ ਹੀ ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜਿੰਨੇ ਵੀ ਲੋਕ ਨੇ ਉਹ ਕਾਂਗਰਸ ਦੇ ਵਿੱਚੋਂ ਹੀ ਗਏ ਨੇ, ਇਸ ਲਈ ਉਹ ਕਾਂਗਰਸ ਦੀ ਬੀ ਟੀਮ ਹੈ ਜਿਸ ਦਾ ਕੋਈ ਆਧਾਰ ਨਹੀਂ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਸ਼ੁੱਕਰਵਾਰ ਨੂੰ ਨਿਗਮ ਦੀ ਆਖਰੀ ਬੈਠਕ ਹੈ ਕਿਉਂਕਿ ਦਸੰਬਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਸ ਬੈਠਕ ਨੂੰ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਅਹਿਮ ਫੈਸਲੇ ਲਏ ਜਾਣਗੇ ਇਸ ਦੀ ਜਾਣਕਾਰੀ ਪੂਰੀ ਦਿੱਤੀ ਮੇਅਰ ਰਵੀਕਾਂਤ ਸ਼ਰਮਾ ਨੇ। नॉर्मल एजेंडे कोई खास नहीं है कि पिछली बार भी जिस तरह तुसी देखिया सी कि कुछ एक एजेंडे सीगे, पार्किंग वाला एजेंडा सीगा वो असीं रैफर करता सीगा, उहदे च अमेंडमेंट करन दी जरूरत सीगी, एक दो होर एजेंडे। तो कोई ऐसा कोई स्पैशल एजेंडा कोई बहुत बड़ा असीं कोई लैके नहीं आ रहे। देखो, भारतीय जनता पार्टी की एक नीति रही है कि चुनाव के समय को प्रलोभन देना ये हमारी प्रथा में नहीं है, ना हम करते हैं। हम जो शहर के विकास के लिए, शहरवासियों के विकास के लिए, शहरवासियों की सुविधाएं देने के लिए जो काम करते हैं वो पिछले 5 साल से जब से हमारे में रहे समय समय पे हम सुविधाएं देते रहे हैं। जो हम कर सकते थे वो हमने करा है। आने वाले समय में भी आपने कहा लास्ट हाउस है, ये ज़रूर इस टेन्योर का लास्ट हाउस है। कॉरपोरेशन में भारतीय जनता पार्टी ही सदन चलाएगी आने वाले समय में भी, और शहरवासियों के हित के लिए राहत के काम हम करते रहेंगे। सर, जो 60 पार्किंग है वो RWA ही चलाएगी, मार्केट एसोसिएशन
सेक्शन ही मिलकर चलाएगी, इसको लेकर कोई एजेंडा? जी, अभी हमने एक V4 रोड पे जो हमारी इंटरनल जो रोड है उसके ऊपर जो पार्किंग है, पूरे भी शहर में कहीं पे भी पेड पार्किंग नहीं है, सिवाय सेक्टर 22 में एक किरण सिनेमा की पार्किंग है, बाकी सारी फ्री। उन पार्किंगों को हम मेंटेन करके हम उनको मार्केट की जो एसोसिएशन है उनको हैंड ओवर करेंगे, वो चलाएं, लोगों को सुविधाएं। क्योंकि सबसे ज़्यादा जो चंडीगढ़ में अगर दुकानों की बात करें, फुटफॉल करें, तो V4 इन्हीं मार्केटों में है। आउटर मार्केटों में रेस्टोरेंट, शोरूम, बड़े और बिजनेस के ऑफिसेज हैं। तो ये शहरवासियों की सुविधाओं के लिए ज़्यादातर यही मार्केटें यूज़ हो रही हैं, और उसको हम बिल्कुल फ्री ऑफ कॉस्ट जो है वो मेंटेन करें, और हमारी तरफ से, कॉर्पोरेशन की तरफ से जो उनकी मेंटेनेंस होनी है वो हम उसको बिल्कुल करेंगे और वो चलाएंगे। सर, कोरोना को देखते हुए पार्किंग जो कॉन्ट्रैक्टर थे उनको कुछ राहत मिलेगी, क्योंकि कोरोना टाइम में उनका काफ़ी नहीं, पार्किंग कॉन्ट्रैक्टर को जो एज़ पर कॉन्ट्रैक्ट, एज़ पर रूल बनता है, जब कोरोना का पीरियड था वो 30-40 दिन का जो था वो उनको ज़रूर देंगे जो उनका बनता है। जहाँ पे हमें कहीं ऑब्जेक्शन लगता है, हमने पिछले हाउस में ये एजेंडा इसीलिए डेफर कर दिया था कि इसमें करेक्शन करके लेके आओ, तो इस बार लेके आएंगे, उसमें देखेंगे कोई त्रुटि हुई, नहीं तो हम उनको जो राहत बनती है जिसकी वो ज़रूर देंगे। ਚੰਡੀਗੜ੍ਹ ਦੇ ਵਿੱਚ ਅਪਰਾਧ ਦੇ ਨਾਲ ਜੁੜੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ। ਤਾਜ਼ਾ ਖਬਰ ਸੈਕਟਰ 23 ਦੀ ਹੈ, ਜਿੱਥੇ ਚੋਰ ਵੱਲੋਂ ਮੰਦਿਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸ਼ਿਵਲਿੰਗ ਤੇ ਲੱਗੀ ਚਾਂਦੀ ਤੱਕ ਚੋਰ ਨੇ ਨਹੀਂ ਛੱਡੀ ਤੇ ਉਧਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਤਾਲੇ ਤੋੜੇ ਗਏ ਤੇ ਫਿਰ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ। ਚੰਡੀਗੜ੍ਹ ਦੇ ਸੈਕਟਰ 27 ਵਿੱਚ ਹਮੇਸ਼ਾ ਤੋਂ ਇੱਕ ਤਿੱਬਤ ਮਾਰਕੀਟ ਲੱਗਦੀ ਹੈਗੀ ਹੈ। ਲਗਾਤਾਰ 3 ਮਹੀਨੇ ਇਹ ਮਾਰਕੀਟ ਚੱਲਦੀ ਹੈਗੀ ਹੈ, ਜਿਸ ਦੌਰਾਨ ਤੁਹਾਨੂੰ ਗਰਮ ਚੀਜ਼ਾਂ ਸਾਰੀਆਂ ਮਿਲਣਗੀਆਂ। ਤੁਹਾਨੂੰ ਦੱਸ ਦਈਏ ਕਿ ਇਸ ਦਾ ਉਦਘਾਟਨ ਅੱਜ ਹੋ चुका है। टिबेटन मार्केट की तरफ से रिप्रेजेंट कर रही हूँ, और जितना भी हमारे यहाँ पे सामान मिलता है वो अच्छा होता है और बाज़ार से सस्ता मिलता है। कमिश्नर मैम के यहाँ आने पे हम बहुत बहुत धन्यवाद है और आभारी हैं। ये सर कुछ स्पेशली टिबेट से ही होता है, टिबेटन का अपना होता है, और कुछ हम ऑल इंडिया हर जगह से जहाँ से हमें अवेलेबल होता है वहाँ से लाते हैं। ये एक्चुअल में ये जो हमारी जो तिब्बत मार्केट है, हम यहाँ पर 95 से चंडीगढ़ में आते हैं, बट ये सेक्टर 17 है चंडीगढ़ का। तो यहाँ हमें आके वैसे 10 साल हो गए हैं, बट यहाँ पर हमारा मेन आइटम क्या है कि ये जो हमारी जो आइटम्स होती हैं ये मार्केट में आपको अवेलेबल नहीं होगा, क्योंकि हमारे यहाँ पर टिपिकल हमारा अपना तिब्बत का हैंडीक्राफ्ट हमारी आइटम काफ़ी होती है जो बिल्कुल डिफरेंट होती है। वो चीज़ें आपको मार्केट में अवेलेबल नहीं होगी, बट हम कुछ चीज़ें लुधियाना में भी बनाते हैं, बट हम अपने डिज़ाइंस बनाते हैं। इसमें हम लोग अपनी चीज़ें कहीं तिब्बत से भी लाते हैं, कोई हम हैंडमेड अपना काठमांडू नेपाल में भी बनाते हैं, कोई हम जैसे कि कोई जो डिज़ाइनर आइटम है वो हम लुधियाना में बनाते हैं। मतलब कि जो आइटम जो हमारी मार्केट की होती है वो हमारी पर्टिकुलर हमारी मार्केट की होती है, बट हम कहीं से परचेज़ करके उनकी मार्केट हम बनाते नहीं। हमारी जो चीज़ें होती है हम खुद अपना ही डिज़ाइंस, मतलब पूरे जो समर्स होते हैं अपने डिज़ाइन हम खुद ही बनाते हैं। मैम का तो एक्चुअल में हमने बहुत ज़्यादा शुक्रिया है पूरी मार्केट की तरफ से। यहाँ का मैम ने हमारा बहुत अच्छा हमें सहयोग दिया है। हमारा काफ़ी जो भी हमें प्रॉब्लम होती है मैम हमारा हमेशा हेल्प करते हैं। कमिश्नर मैम, हाँ जी, उनको तो बहुत बहुत थैंक यू फुल अजीब साहब मार्केट की तरफ से। उधर सैक्टर 33 एजी ऑफिस के बाहर ब्लड डोनेशन कैंप लगाया गया। लोगों वालों वध चढ़ के इस कैंप के विच हिस्सा लिया गया। हम 98 से रक्तदान लगातार लगा रहे हैं। हम साल में 2 कैंप लगाते हैं, एक कैंप पीजीआई की तरफ से और एक कैंप 32 हॉस्पिटल की तरफ से। ये हमारा 34वां रक्तदान शिविर है। तो हमारे पहले रक्तदान शिविरों में भी 100 से प्लस ही हमने योगदान किया है। पहले मई 19 में हमने 130 यूनिट दिए और नवंबर 19 में 100 यूनिट दिए। 2 साल कोरोना की वजह से हमारे कार्यालय में कैंप नहीं लगा। अब 2 साल बाद हमने यह रक्तदान शिविर का आयोजन किया है। आज भी 100 से अधिक रक्तदाता इस कैंप में भाग लेंगे, हमें आशा है। ये हमारा 34th ब्लड डोनेशन कैंप है। जैसे कि आप सबको पता है, ब्लड डोनेशन इज़ अ सोशल अवेयरनेस रिक्वायरमेंट और आज की बहुत ज़रूरी है, स्पेशली व्हेन पीपल आर सफरिंग फ्रॉम डेंगू एंड मेनी अदर डिजीजेस। मेनी टाइम्स पीपल विल बी सर्चिंग फॉर ब्लड, ढूंढते रहते हैं। इस काम में हम सब लोग आगे आएँ तो समाज की सेवा होती है। ब्लड डोनेशन वैसे नॉर्मली लोग सोचते हैं कि हमारे शरीर से खून जाएगा तो हमें कुछ कमी होगी या कुछ वीकनेस होगी, ऐसे कुछ बात नहीं है। एक्चुअली ब्लड डोनेशन करने से दोनों की फ़ायदा होती है, डोनर को भी फ़ायदा होती है और जो रिसीव करता है उसको भी फ़ायदा होता है। हमारे यहाँ विल गेट फ्रेश ब्लड, आवर सिस्टम गेट्स रिप्लेनिश्ड एंड हमारा हेल्थ भी इम्प्रूव होता है।
रुख मौसम का कर लेने तो तापमान तो दसीए तो अज वध तापमान 29.0 डिग्री सैल्सियस दर्ज किया गया तो घट्टो घट्ट तापमान 11.9 डिग्री सैल्सियस दर्ज किया गया। तो अज इस बुलेटिन के पास नहीं फिर होगी मुलाकात। सत श्री अकाल।